ਕਾਲਿਆਂ ਦੀ ਯਾਦਗਾਰ ਸਿੱਖ ਬਣਾਉਣਗੇ ਡਾਕਟਰ ਹਰਜਿੰਦਰ ਸਿੰਘ ਦਲਗੀਰ। 3-4 ਮਾਰਚ 2014 ਦੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦਾ ਅਜਨਾਲਾ ਤਹਿਸੀਲ ਦੇ ਪਿੰਡ ਕਾਲਿਆਂ ਵਾਲੀ ਦੇ ਖੂਹ ਵਿੱਚੋਂ 1857 ਵਿੱਚ ਮਾਰੇ ਗਏ ਬ੍ਰਿਟਿਸ਼ ਫੌਜ ਦੇ 26ਵੀਂ ਨੇਟਿਵ ਇਨਫੈਂਟਰੀ ਦੇ 282 ਸਿਪਾਹੀਆਂ ਦੀਆਂ ਅਸਥੀਆਂ, 90 ਖੋਪੜੀਆਂ, 170 ਜਵਾੜੇ ਤੇ ਬਹੁਤ ਸਾਰੀਆਂ ਹੋਰ ਹੱਡੀਆਂ ਤੇ ਦੰਦ ਕੱਢੀਆਂ ਗਈਆਂ ਸਨ। ਕਦੇ ਇਹ ਫੌਜੀ ਬ੍ਰਿਟਿਸ਼ ਫੌਜ ਦੇ ਵਫਾਦਾਰ ਸਿਪਾਹੀ ਰਹੇ ਸਨ। ਇਹਨਾਂ ਨੇ ਮੁੱਦਕੀ 18 ਦਸੰਬਰ 1845, ਫਿਰੋਜ਼ਸ਼ਾਹ 21 ਦਸੰਬਰ 1845 ਅਤੇ ਸਬਰਾਵਾਂ 10 ਫਰਵਰੀ 1846 ਦੀਆਂ ਲੜਾਈਆਂ ਵਿੱਚ ਅੰਗਰੇਜ਼ਾਂ ਵੱਲੋਂ ਪੰਜਾਬ ਤੇ ਕਬਜ਼ਾ ਕਰਨ ਦੀ ਜੰਗ ਵਿੱਚ ਹਿੱਸਾ ਲਿਆ ਸੀ। ਇਸ ਰੈਜੀਮੈਂਟ ਦੇ ਕੁਝ ਸਿਪਾਹੀਆਂ ਨੇ ਭਾਰਤ ਦੇ ਇੱਕੋ ਇੱਕ ਆਜ਼ਾਦ ਰਾਜ ਸਿੱਖ ਰਾਜ ਨੂੰ ਖੋਹ ਕੇ ਅੰਗਰੇਜ਼ਾਂ ਦੀ ਝੋਲੀ ਵਿੱਚ ਪਾਉਣ ਸਮੇਂ ਇੰਨਾ ਜੋਸ਼ ਵਿਖਾਇਆ ਸੀ ਤੇ ਇਸ ਬਹਾਦਰੀ ਬਦਲੇ ਇਹਨਾਂ ਵਿੱਚੋਂ ਕਈਆਂ ਨੂੰ ਅੰਗਰੇਜ਼ੀ ਸਰਕਾਰ ਨੇ ਬਹਾਦਰੀ ਦੇ ਤਗਮੇ ਵੀ ਦਿੱਤੇ ਸਨ। ਇਹਨਾਂ ਵਿੱਚੋਂ ਘੱਟੋ ਘੱਟ 2 ਵਿਕਟੋਰੀਆ ਆਰਮੀ ਮੈਡਲ ਉਹਨਾਂ ਦੀਆਂ ਅਸਥੀਆਂ ਵਿੱਚੋਂ ਵੀ ਮਿਲੇ ਹਨ। 1857 ਤੱਕ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਤਕਰੀਬਨ 79,000 ਦੇ ਕਰੀਬ ਹਿੰਦੂ ਅਤੇ ਮੁਸਲਮਾਨ ਸ਼ਾਮਲ ਸਨ। ਇਹਨਾਂ ਵਿੱਚੋਂ 27,920 ਦਲਿਤ, 12,411 ਮੁਸਲਮਾਨ ਸਨ। ਮਈ 1857 ਵਿੱਚ ਮੌਜੂਦਾ ਯੂਪੀ ਵਿੱਚ ਅੰਗਰੇਜ਼ੀ ਫੌਜ ਦੇ ਇਹਨਾਂ 79,000 ਸਿਪਾਹੀਆਂ ਵਿੱਚੋਂ ਕੁਝ 100 ਸਿਪਾਹੀਆਂ ਨੇ ਸੂਰ ਅਤੇ ਗਊ ਦੀ ਚਰਬੀ ਵਾਲੇ ਕਾਰਤੂਸਾਂ ਦੇ ਨਾਂ ਤੇ ਜੋਸ਼ ਵਿੱਚ ਆ ਕੇ ਆਪਣੇ ਹਾਕਮਾਂ ਵਿਰੁੱਧ ਇੱਕ ਨਾਕਾਮਯਾਬ ਗਦਰ ਸ਼ੁਰੂ ਕਰ ਦਿੱਤਾ। ਗਦਰ ਦਾ ਮਾਇਨਾ ਗੱਦਾਰੀ ਹੁੰਦਾ ਹੈ ਤੇ ਇਸ ਲਫ਼ਜ਼ ਨੂੰ ਸਰਕਾਰ, ਇਤਿਹਾਸਕਾਰ, ਲੇਖਕ, ਸਿਆਸੀ ਆਗੂ ਯਾਨੀ ਸਾਰੇ ਹੀ ਸਹੀ ਮੰਨਦੇ ਹੋਏ ਕਬੂਲ ਕਰਦੇ ਹਨ। ਮਗਰੋਂ ਇਸ ਵਿੱਚ ਬੇਔਲਾਦੇ ਰਾਜਿਆਂ ਦੀਆਂ ਗੱਦੀਆਂ ਖੋਹ ਲੈਣ ਦੇ ਅੰਗਰੇਜ਼ੀ ਹੁਕਮ ਤੋਂ ਔਖੇ ਹੋਏ ਕੁਝ ਰਜਵਾੜੇ ਅਤੇ ਨਾਮ ਨਿਹਾਦ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਵੀ ਸ਼ਾਮਲ ਹੋ ਗਏ। ਪਰ ਇਸ ਗਦਰ ਦਾ ਖੇਤਰ ਵਧੇਰੇ ਕਰਕੇ ਦਿੱਲੀ ਅਤੇ ਮੌਜੂਦਾ ਯੂਪੀ ਹੀ ਸੀ। ਪੰਜਾਬ ਵਿੱਚ ਇਸ ਦਾ ਨਾਂ ਨਿਸ਼ਾਨ ਤੱਕ ਵੀ ਨਹੀਂ ਸੀ। ਇਸ ਦੇ ਬਾਵਜੂਦ ਹਿਫਾਜ਼ਤ ਵਜੋਂ 13 ਮਈ 1857 ਦੇ ਦਿਨ ਲਾਹੌਰ ਦੀ ਮੀਆਂ ਮੀਰ ਛਾਉਣੀ ਵਿੱਚ ਇਸ 26ਵੀਂ ਨੇਟਿਵ ਇਨਫੈਂਟਰੀ ਦੇ 400 ਦੇ ਕਰੀਬ ਸਿਪਾਹੀਆਂ ਤੋਂ ਹਥਿਆਰ ਸਟਵਾ ਲਏ ਗਏ। ਉਹਨਾਂ ਨੂੰ ਛਾਉਣੀ ਵਿੱਚ ਹੀ ਰੱਖਿਆ ਗਿਆ। ਇਸ ਤਰ੍ਹਾਂ ਹੋਰ 17 ਦਿਨ ਲੰਘ ਗਏ। 30 ਮਈ ਦੇ ਦਿਨ ਇਹਨਾਂ ਫੌਜੀਆਂ ਵਿੱਚੋਂ ਕੁਝ ਨੂੰ ਫੇਰ ਉਬਾਲ ਆ ਗਿਆ ਅਤੇ ਉਹਨਾਂ ਨੇ ਤਲਵਾਰਾਂ ਨਾਲ ਹੀ 2 ਅੰਗਰੇਜ਼ ਅਫਸਰਾਂ ਨੂੰ ਕਤਲ ਕਰ ਦਿੱਤਾ। ਹੁਣ ਉਹਨਾਂ ਨੂੰ ਪਤਾ ਸੀ ਕਿ ਅੰਗਰੇਜ਼ ਉਹਨਾਂ ਨੂੰ ਮੁਆਫ ਨਹੀਂ ਕਰਨਗੇ। ਇਸ ਕਰਕੇ ਉਹ ਉੱਥੋਂ ਭੱਜ ਪਏ ਅਤੇ ਪੰਜਾਬ ਦੇਸ਼ ਤੋਂ ਆਪਣੇ ਵਤਨ ਹਿੰਦੁਸਤਾਨ ਵੱਲ ਮੂੰਹ ਕਰ ਲਿਆ। ਪਰ ਅਜਨਾਲਾ ਕੋਲ ਆ ਕੇ ਇਹ ਫੜੇ ਗਏ। ਇਹਨਾਂ ਕੋਲ ਹਥਿਆਰ ਨਹੀਂ ਸਨ। ਇਸ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਬਰਤਾਨਵੀ ਫੌਜ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗਦਾਰੀ ਕਰਨ ਵਾਲਿਆਂ ਵਾਸਤੇ ਅੰਗਰੇਜ਼ੀ ਫੌਜ ਦੇ ਚੀਫ ਕਮਾਂਡਰ ਦਾ ਹੁਕਮ ਸੀ, ਇਹਨਾਂ ਵਾਸਤੇ ਸਿਰਫ ਇੱਕੋ ਇੱਕ ਸਜ਼ਾ ਮੌਤ ਹੈ ਤੇ ਇਸ ਤੇ ਅਮਲ ਕਰਦਿਆਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹਨਾਂ ਵਿੱਚੋਂ ਕੁਝ ਬੁਰਜ ਵਿੱਚ ਸਾਹ ਘੁੱਟ ਕੇ ਵੀ ਮਰ ਗਏ ਅਤੇ ਬਾਕੀਦਿਆਂ ਨੂੰ ਜਲਾਦਾਂ ਦੀਆਂ ਤਲਵਾਰਾਂ ਜਾਂ ਬੰਦੂਕਾਂ ਤੇ ਤੋਪਾਂ ਦੇ ਗੋਲਿਆਂ ਨੇ ਖਤਮ ਕਰ ਦਿੱਤਾ। ਮਗਰੋਂ ਇਹਨਾਂ ਦੀਆਂ ਲਾਸ਼ਾਂ ਨੂੰ ਇੱਕ ਸੁੱਕੇ ਬੰਜਰ ਖੂਹ ਵਿੱਚ ਸਟਵਾ ਕੇ ਇਸ ਨੂੰ ਪੂਰ ਦਿੱਤਾ ਗਿਆ। ਕੀ ਉਹ ਸ਼ਹੀਦ ਸਨ? ਹੁਣ 157 ਸਾਲ ਮਗਰੋਂ ਅੰਗਰੇਜ਼ੀ ਫੌਜ ਦੇ ਬਾਗੀ ਅੰਗਰੇਜ਼ੀ ਸਿਪਾਹੀਆਂ ਦੀਆਂ ਅਸਥੀਆਂ ਨੂੰ ਉਸ ਖੂਹ ਵਾਲੀ ਜਗ੍ਹਾ ਵਿੱਚੋਂ ਕੱਢਿਆ ਗਿਆ। ਕੁਝ ਲੋਕਾਂ ਨੇ ਮੰਗ ਕੀਤੀ ਕਿ ਇਹਨਾਂ ਦੀ ਯਾਦਗਾਰ ਬਣਾਈ ਜਾਵੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਲੋਕਾਂ ਨੇ ਤਾਂ ਇਹਨਾਂ ਨੂੰ ਸ਼ਹੀਦ ਵੀ ਕਿਹਾ। ਸ਼ਹੀਦ ਉਹ ਹੁੰਦਾ ਹੈ ਜੋ ਕਿਸੇ ਨਿਸ਼ਾਨੀ ਵਾਸਤੇ ਆਪਣੀ ਜਾਨ ਤੇ ਖਿੜ ਜਾਵੇ। ਉਹ ਨਿਸ਼ਾਨਾ ਭਾਵੇਂ ਸਿਆਸੀ ਆਜ਼ਾਦੀ ਹੋਵੇ ਜਾਂ ਧਾਰਮਿਕ ਜਾਂ ਕਿਸੇ ਲਹਿਰ ਵਿੱਚ ਜਾਂ ਕਿਸੇ ਅਸੂਲ ਵਾਸਤੇ। ਜੇ 1857 ਵਿੱਚ ਮਾਰੇ ਗਏ ਅੰਗਰੇਜ਼ੀ ਫੌਜ ਦੇ ਇਹਨਾਂ ਬਾਗੀ ਸਿਪਾਹੀਆਂ ਦੀ ਗੱਲ ਕੀਤੀ ਜਾਵੇ, ਉਹ ਗੁੱਸੇ ਵਿੱਚ ਆ ਕੇ 2 ਅੰਗਰੇਜ਼ ਅਫਸਰਾਂ ਨੂੰ ਕਤਲ ਕਰਨ ਮਗਰੋਂ ਭੱਜੇ ਹੋਏ ਸਨ। ਹਾਂ, ਇਹ ਮੰਨਿਆ ਜਾ ਸਕਦਾ ਹੈ ਫਰੈਡਰਿਕ ਕਰੀ 3 ਫਰਵਰੀ 1799, 11 ਸਤੰਬਰ 1875 ਤੋਂ ਜੋ ਪਹਿਲਾ ਰੈਜੀਡੈਂਟ ਵੀ ਰਿਹਾ ਸੀ ਅਤੇ 1857 ਵਿੱਚ ਉਹ ਈਸਟ ਇੰਡੀਆ ਕੰਪਨੀ ਦਾ ਡਾਇਰੈਕਟਰ ਬਣਿਆ ਸੀ ਅਤੇ ਇਸੇ ਸਾਲ ਹੀ ਇਸ ਦਾ ਚੇਅਰਮੈਨ ਵੀ ਚੁਣਿਆ ਗਿਆ ਸੀ। ਨੇ ਉਹਨਾਂ ਪੂਰਬੀ ਸਿਪਾਹੀਆਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਸੀ ਜੋ ਜਾਤੀ ਸੀ। ਖੈਰ, ਕੁਝ ਵੀ ਹੋਵੇ, ਉਹ ਬੇਰਹਿਮੀ ਨਾਲ ਮਾਰੇ ਗਏ ਹੋਣ ਕਰਕੇ ਹੀ ਉਹਨਾਂ ਤੇ ਤਰਸ ਆਉਣਾ ਲਾਜ਼ਮੀ ਹੈ ਅਤੇ ਹਰ ਇੱਕ ਨੂੰ ਉਹਨਾਂ ਨਾਲ ਹਮਦਰਦੀ ਕਰਨੀ ਜ਼ਰੂਰੀ ਬਣਦੀ ਹੈ। ਕੀ ਉਹਨਾਂ ਦੀ ਯਾਦਗਾਰ ਬਣਨੀ
ਚਾਹੀਦੀ ਹੈ। ਅੰਗਰੇਜ਼ੀ ਸਰਕਾਰ ਦੇ ਸਾਰੇ ਦਸਤਾਵੇਜ਼ ਸਾਫ਼ ਦੱਸਦੇ ਹਨ ਅੰਗਰੇਜ਼ੀ ਫੌਜ ਦੇ ਇਹ ਸਿਪਾਹੀ ਉਸ ਫੌਜੀ ਕੰਪਨੀ ਵਿੱਚੋਂ ਹਨ ਜਿਸ ਨੇ 1845-46 ਵਿੱਚ ਪੰਜਾਬ ਨੂੰ ਗੁਲਾਮ ਬਣਾਉਣ ਵਾਸਤੇ ਜੰਗ ਵਿੱਚ ਹਿੱਸਾ ਪਾਇਆ ਸੀ। ਜਾਣੀ ਕਿ ਇਹ ਸਿਪਾਹੀ ਮੁਲਕ ਦੀ ਦੁਸ਼ਮਣ ਦੀ ਫੌਜ ਦਾ ਹਿੱਸਾ ਸਨ। ਸ਼ਰਮਨਾਕ ਗੱਲ ਹੈ ਇਹ। 3 ਮਾਰਚ 2014 ਦੇ ਦਿਨ 5 ਝੰਡੇ ਚੁੱਕ ਕੇ 5 ਪਿਆਰਿਆਂ ਦੀ ਸ਼ਕਲ ਵਿੱਚ ਅਰਦਾਸ ਕਰਕੇ ਇਹਨਾਂ ਲਾਸ਼ਾਂ ਨੂੰ ਕੱਢਣ ਵਾਸਤੇ ਅਰਦਾਸ ਕਰਨਾ, ਇਹ ਹਰਕਤ ਨਿਸ਼ਾਨ ਸਾਹਿਬ ਗੁਰਦੁਆਰਾ ਅਰਦਾਸ ਦੀ ਬੇਅਦਬੀ ਸੀ। ਤਵਾਰੀਖ ਦਾ ਪਤਾ ਕੀਤਾ ਜਾਣਾ ਚਾਹੀਦਾ ਸੀ। ਇੱਕ ਸੱਜਣ ਸੁਰਿੰਦਰ ਕੋਸ਼ੜ ਨੂੰ ਆਰਕਾਈਵਜ਼ ਵਿੱਚੋਂ ਪੰਜਾਬ ਵਿੱਚ ਮਾਰੇ ਗਏ ਲੋਕਾਂ ਦਾ ਇਸ਼ਾਰਾ ਕੀ ਮਿਲਿਆ, ਉਹ ਇਸ ਨੂੰ ਪੰਜਾਬ ਦੀ ਤਵਾਰੀਖ ਬਣਾਉਣ ਵੱਲ ਤੁਰ ਪਏ। ਇਹ ਸਸਤੀ ਸ਼ੋਹਰਤ ਖੱਟਣ ਵਾਲੀ ਹਰਕਤ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਦੁਸ਼ਮਣ ਫੌਜੀ ਸਿਪਾਹੀਆਂ ਦੀ ਯਾਦਗਾਰ ਪੰਜਾਬ ਵਿੱਚ ਬਣਨੀ ਚਾਹੀਦੀ ਹੈ। ਜੇ ਜਵਾਬ ਹਾਂ ਵਿੱਚ ਹੈ ਤਾਂ ਬਿਆਸ ਦੇ ਕੰਢੇ ਮਾਰੇ ਗਏ ਸਿਕੰਦਰ ਦੇ ਫੌਜ ਦੇ ਸਿਪਾਹੀਆਂ ਦੀ ਯਾਦਗਾਰ ਬਣਨੀ ਚਾਹੀਦੀ ਹੈ। ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਦਰਾਨੀ ਦੀ ਫੌਜ ਦੇ ਸਿਪਾਹੀਆਂ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨਾਲ ਲੜਨ ਵਾਲੇ ਹਿੰਦੂ ਸਿਪਾਹੀਆਂ ਜਾਂ ਮੁਸਲਮਾਨਾਂ ਨੂੰ ਵਿਦੇਸ਼ੀ ਮੰਨਣਾ ਹੈ ਤਾਂ ਸੈਂਕੜੇ ਹਿੰਦੂ ਵੀ ਤਾਂ ਬਾਬਾ ਬੰਦਾ ਸਿੰਘ ਵਿਰੁੱਧ ਲੜਦਿਆਂ ਮਰੇ ਸਨ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਗੱਦਾਰ ਡੋਗਰਿਆਂ ਧਿਆਨ ਸਿਉ, ਸੁਚੇਤ ਸਿਉ, ਹੀਰਾ ਸਿਉ ਤੇ ਪੰਡਤ ਯੱਲਾ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਬੱਬਰਾਂ ਅਤੇ ਗਦਰੀਆਂ ਹੱਥੋਂ ਮਾਰੇ ਗਏ ਟਾਊਟ ਵੀ ਤਾਂ ਭਾਰਤੀ ਹੀ ਸਨ, ਉਹਨਾਂ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਇੰਜ ਹੀ ਗਦਰ ਦੀ ਲਹਿਰ ਖਤਮ ਕਰਨ ਵਾਲਾ ਕਿਰਪਾਲ ਸਿੰਘ ਜਿਨ੍ਹਾਂ ਨੂੰ ਬੱਬਰਾਂ ਨੇ ਮਾਰ ਦਿੱਤਾ ਸੀ, ਉਹ ਵੀ ਤਾਂ ਭਾਰਤੀ ਸੀ, ਉਸ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਪਰ ਦੂਜੇ ਪਾਸੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਅਟਾਰੀ ਵਿੱਚ ਸਾਮ ਸਿੰਘ, ਆਦਮਪੁਰ ਵਿੱਚ ਭਾਈ ਮਹਾਰਾਜ ਸਿੰਘ ਦੀ ਯਾਦਗਾਰ ਬਣਾਈ ਜਾਵੇ, ਹਾਲਾਂਕਿ ਉਹ ਤਾਂ ਪੰਜਾਬ ਮੁਲਕ ਵਾਸਤੇ ਸ਼ਹੀਦ ਹੋਏ ਸਨ। 4 ਮਾਰਚ 2014 ਦੇ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫੌਜ ਦੇ ਇਹਨਾਂ ਸਿਪਾਹੀਆਂ ਨੂੰ ਅਖੌਤੀ ਸ਼ਰਧਾਂਜਲੀ ਭੇਟ ਕਰਨ ਦੀ ਕਾਰਵਾਈ ਤਵਾਰੀਖ ਨਾਲ ਇੱਕ ਮਜ਼ਾਕ ਸੀ। ਜੇ ਬਾਦਲ ਪੰਜਾਬ ਅਸੈਂਬਲੀ ਦਾ ਉਚੇਚਾ ਸੈਸ਼ਨ ਬੁਲਾ ਕੇ ਪਾਕਿਸਤਾਨੀ ਜੇਲ੍ਹ ਵਿੱਚ ਮਾਰੇ ਗਏ ਸਰਬਜੀਤ ਨੂੰ ਕੌਮੀ ਸ਼ਹੀਦ ਦਾ ਰੁਤਬਾ ਦੇ ਕੇ ਸ਼ਰਧਾਂਜਲੀ ਭੇਂਟ ਕਰ ਸਕਦੇ ਹਨ ਤਾਂ ਉਹਨਾਂ ਵਾਸਤੇ ਅਜਿਹੀ ਹਰਕਤ ਕੋਈ ਹੈਰਾਨੀ ਪੈਦਾ ਕਰਨ ਵਾਲੀ ਨਹੀਂ ਹੈ। ਇਸ ਨੁਕਤੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਦੀ ਯਾਦਗਾਰ ਇੱਕ ਮੰਦਿਰ ਦੇ ਰੂਪ ਵਿੱਚ ਹੋਵੇ, ਇਹ ਵੀ ਸਹੀ ਨਹੀਂ ਹੈ। ਉਹ ਹਿੰਦੂ ਧਰਮ ਵਾਸਤੇ ਸ਼ਹੀਦ ਨਹੀਂ ਸਨ ਹੋਏ। ਦੂਜੇ ਪਾਸੇ ਅਜੇ ਤੱਕ ਮਾਰੇ ਗਏ ਇਹਨਾਂ ਸਿਪਾਹੀਆਂ ਦਾ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਬੰਗਾਲ ਦੇ ਸਨ, ਯੂਪੀ ਦੇ ਸਨ ਜਾਂ ਕਿਸੇ ਹੋਰ ਸੂਬੇ ਦੇ। ਪਰ ਜੇਕਰ ਇਹਨਾਂ ਨੂੰ ਸਰਕਾਰ ਨੇ ਸ਼ਹੀਦ ਮੰਨਣਾ ਹੈ, ਇਹਨਾਂ ਦੀ ਯਾਦਗਾਰ ਉਹਨਾਂ ਦੇ ਆਪਣੇ ਸੂਬਿਆਂ ਵਿੱਚ ਬਣਾਈ ਜਾ ਸਕਦੀ ਹੈ। ਭਾਰਤ ਸਰਕਾਰ ਦਾ ਫੈਸਲਾ ਕੁਝ ਵੀ ਹੋਵੇ, ਪਰ ਪੰਜਾਬ ਵਿੱਚ ਪੰਜਾਬ ਨੂੰ ਗੁਲਾਮ ਕਰਨ ਵਾਲੀ ਫੌਜ ਦੇ ਸਿਪਾਹੀਆਂ ਦੀ ਯਾਦਗਾਰ ਬਣਾਉਣਾ ਪੰਜਾਬ ਵਿੱਚ ਜ਼ੁਲਮ ਤੇ ਪੰਜਾਬ ਦੀ ਤਵਾਰੀਖ ਦਾ ਰੇਪ ਹੋਵੇਗਾ। ਸਾਰਾਗੜ੍ਹੀ 1897 ਅਤੇ ਅਜਨਾਲਾ 1857 ਦੀਆਂ ਮੌਤਾਂ ਦਾ ਫਰਕ। ਇੱਥੇ ਇਹ ਸਵਾਲ ਉਠਾਇਆ ਜਾ ਸਕਦਾ ਹੈ ਕਿ ਜੇ 12 ਸਤੰਬਰ 1897 ਦੇ ਦਿਨ ਕੋਹਾਟ ਜ਼ਿਲ੍ਹੇ ਦੇ ਪਿੰਡ ਸਾਰਾਗੜ੍ਹੀ ਵਿੱਚ ਮਾਰੇ ਗਏ 36ਵੀਂ ਸਿੱਖ ਰੈਜੀਮੈਂਟ ਦੇ 21 ਸਿੱਖਾਂ ਦੀ ਯਾਦ ਵਿੱਚ ਗੁਰਦੁਆਰੇ ਬਣਾਏ ਜਾ ਸਕਦੇ ਹਨ ਤਾਂ ਇਹਨਾਂ ਦੀ ਯਾਦਗਾਰ ਕਿਉਂ ਨਹੀਂ ਬਣਾਈ ਜਾ ਸਕਦੀ? ਕਿਉਂਕਿ ਸਾਰਾਗੜ੍ਹੀ ਦੇ ਸਿੱਖ ਫੌਜੀ ਵੀ ਤਾਂ ਬਰਤਾਨਵੀ ਸਰਕਾਰ ਦੇ ਤਨਖਾਹਦਾਰ ਨੌਕਰ ਸਨ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰਾਗੜ੍ਹੀ ਵਾਲੇ ਸਿੱਖਾਂ ਦੀ ਯਾਦਗਾਰ ਅੰਗਰੇਜ਼ਾਂ ਨੇ ਬਣਾਈ ਸੀ ਕਿਉਂਕਿ ਉਹ ਉਹਨਾਂ ਵਾਸਤੇ ਲੜੇ ਸਨ ਅਤੇ ਉਹਨਾਂ ਨੇ ਆਪਣੇ ਵਫਾਦਾਰ ਸਿਪਾਹੀਆਂ ਦੀ ਯਾਦਗਾਰ ਬਣਾਈ ਸੀ। ਦੂਜਾ, ਸਾਰਾਗੜ੍ਹੀ ਵਾਲੇ ਸਿੱਖ ਫੌਜੀ ਆਪਣੇ ਲੋਕਾਂ, ਪੰਜਾਬ, ਸਿੱਖਾਂ ਜਾਂ ਭਾਰਤ ਵਿਰੁੱਧ ਨਹੀਂ ਸਨ ਲੜੇ। ਉਹ ਤਾਂ 10,000 ਧਾੜਵੀ ਔਰਕਜਈ ਪਖਤੂਨ ਅਫਗਾਨਾਂ ਤੋਂ ਆਪਣੇ ਆਪ ਨੂੰ ਤੇ ਆਪਣੀ ਚੌਂਕੀ ਨੂੰ ਬਚਾਉਣ ਵਾਸਤੇ ਲੜਦਿਆਂ 450 ਅਫਗਾਨੀਆਂ ਨੂੰ ਮਾਰਨ ਮਗਰੋਂ ਮਾਰੇ ਗਏ ਸਨ। ਉਹ ਸਿੱਖ ਤਵਾਰੀਖ ਦੇ ਸ਼ਹੀਦ ਨਹੀਂ ਸਨ, ਬਲਕਿ ਉਹ ਅੰਗਰੇਜ਼ ਹਕੂਮਤ ਦੇ ਸ਼ਹੀਦ ਸਨ। ਜੇ ਸਿੱਖ ਉਹਨਾਂ ਦਾ ਕੋਈ ਜ਼ਿਕਰ ਕਰਦੇ ਹਨ ਤਾਂ ਉਹਨਾਂ ਦੀ ਬਹਾਦਰੀ ਦੀ ਮਿਸਾਲ ਦੇਣ ਵਾਸਤੇ ਕਰਦੇ ਹਨ ਕਿ ਦੀ ਅੰਗਰੇਜ਼ਾਂ ਵਾਸਤੇ ਵਫਾਦਾਰੀ ਕਰਕੇ। ਫਿਰ ਸਿੱਖ ਕੌਮ ਉਹਨਾਂ ਦੀਆਂ ਮੌਤਾਂ ਨੂੰ ਸ਼ਹੀਦੀ ਦਿਨ ਵਜੋਂ ਨਹੀਂ ਮਨਾਉਂਦੀ ਤੇ ਨਾ ਹੀ ਉਹਨਾਂ ਦੀ ਯਾਦ ਵਿੱਚ ਅੰਗਰੇਜ਼ਾਂ ਵੱਲੋਂ ਉਸਾਰੇ ਗੁਰਦੁਆਰੇ ਨੂੰ ਸ਼ਹੀਦ ਗੰਜ ਕਿਹਾ ਜਾਂਦਾ ਹੈ।
ਦੂਜੇ ਪਾਸੇ 26ਵੀਂ ਨੇਟਿਵ ਇਨਫੈਂਟਰੀ ਦੇ ਪੂਰਬੀ ਸਿਪਾਹੀ ਨਾ ਤਾਂ ਲੜਕੇ ਮਰੇ ਸਨ, ਨਾ ਉਹ ਬਹਾਦਰੀ ਦੀ ਮਿਸਾਲ ਸਨ ਅਤੇ ਨਾ ਹੀ ਕਿਸੇ ਵਿਦੇਸ਼ੀ ਹਮਲਾਵਰ ਦਾ ਟਾਕਰਾ ਕਰਦੇ ਹੋਏ ਮਰੇ ਸਨ। ਉਹ ਤਾਂ ਦੌੜਦੇ ਹੋਏ ਪਿੱਛਾ ਕਰਦੇ ਅੰਗਰੇਜ਼ਾਂ ਹੱਥੋਂ ਮਾਰੇ ਗਏ ਸਨ। ਇਸ ਕਰਕੇ ਇਹਨਾਂ ਦੋਹਾਂ ਮਿਸਾਲਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ। ਪੰਜਾਬ ਦੇ ਕੌਮੀ ਗਦਾਰਾਂ ਦਾ ਰੋਲ। ਕੁਝ ਜਾਲੀ ਰਹੇ ਕਮਿਊਨਿਸਟ ਤੇ ਕੁਝ ਬੇਸਮਝ ਲੋਕਾਂ ਨੇ ਹਰ ਉਹ ਗੱਲ ਜਿਸ ਵਿੱਚ ਪੰਜਾਬ ਦਾ ਹਿੱਤ ਜਾਂ ਸਿੱਖਾਂ ਦਾ ਹਿੱਤ ਸ਼ਾਮਲ ਹੈ ਜਾਂ ਜਿਸ ਦਾ ਪੰਜਾਬ ਦੀ ਕੌਮੀਅਤ ਨਾਲ ਸੰਬੰਧ ਹੈ ਦੀ ਮੁਖਾਲਫਤ ਕਰਨੀ ਹੁੰਦੀ ਹੈ। ਇਹਨਾਂ ਵਾਸਤੇ ਅਸੂਲ, ਦਲੀਲ, ਕਾਰਨ ਸੋਚਣ ਦੀ ਕੋਈ ਲੋੜ ਨਹੀਂ। ਇਹਨਾਂ ਦਾ ਤਾਂ ਇਹੀ ਕੰਮ ਹੈ ਕਿ ਜਿਸ ਗੱਲ ਦਾ ਸਿੱਖ ਵਿਰੋਧ ਕਰਦੇ ਹਨ ਉਸ ਦੀ ਹਮਾਇਤ ਕਰੋ, ਜਿਸ ਦੀ ਸਿੱਖ ਮੰਗ ਕਰਦੇ ਹਨ ਉਸ ਦਾ ਵਿਰੋਧ ਕਰੋ। ਇਹ ਇਹਨਾਂ ਦੀ ਬੇਅਸੂਲੀ ਫਿਤਰਤ ਦਾ ਹਿੱਸਾ ਹੈ। ਉਹਨਾਂ ਦੀ ਇਹ ਸੋਚ ਕੌਮੀਅਤ ਨਾਲ ਗਦਾਰੀ ਵਿੱਚੋਂ ਪੈਦਾ ਹੋਈ ਹੈ। ਇੰਜ ਹੀ ਜੇਕਰ ਕੋਈ ਸ਼ਖਸ ਪੰਜਾਬੀ ਕੌਮੀਅਤ ਦੀ ਗੱਲ ਕਰੇ ਤਾਂ ਇਹਨਾਂ ਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ। ਇਹ ਇਸ ਨੂੰ ਫਿਰਕਾ ਪ੍ਰਸਤੀ, ਵੱਖਵਾਦ, ਦਹਿਸ਼ਤਵਾਦ ਵਗੈਰਾ ਦਾ ਨਾਂ ਦਿੰਦੇ ਹਨ। ਪਰ ਜਦ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਜਾਂ ਠਾਕਰੇ ਗੈਰ ਮਰਾਠਿਆਂ ਜਾਂ ਗੈਰ ਹਿੰਦੂਆਂ ਵਿਰੁੱਧ ਬੋਲਦੇ ਹਨ ਤਾਂ ਇਹਨਾਂ ਦੀ ਜ਼ੁਬਾਨ ਨੂੰ ਲਕਵਾ ਮਾਰ ਜਾਂਦਾ ਹੈ। ਜਦ ਨਰਿੰਦਰ ਮੋਦੀ ਸਿੱਖਾਂ ਜਾਂ ਗੈਰ ਗੁਜਰਾਤੀਆਂ ਨੂੰ ਸੂਬੇ ਵਿੱਚੋਂ ਬੇਦਖਲ ਕਰਨ ਦੀ ਗੱਲ ਕਰਦਾ ਹੈ ਤਾਂ ਇਹਨਾਂ ਦੀ ਜ਼ੁਬਾਨ ਨੂੰ ਤਾਲੇ ਵੱਜ ਜਾਂਦੇ ਹਨ। ਉਦੋਂ ਇਹਨਾਂ ਨੂੰ ਅਖੌਤੀ ਨੈਸ਼ਨਲਿਜ਼ਮ ਯਾਦ ਨਹੀਂ ਆਉਂਦਾ। ਇਸ ਦਾ ਮਤਲਬ ਸਾਫ਼ ਹੈ ਕਿ ਇਹਨਾਂ ਦੀ ਮਾਨਸਿਕਤਾ ਵਿੱਚ ਤੇ ਇਹਨਾਂ ਦੇ ਖੂਨ ਵਿੱਚ ਨੈਸ਼ਨਲਿਜ਼ਮ ਨਹੀਂ ਬਲਕਿ ਪੰਜਾਬੀ ਕੌਮ ਨਾਲ ਗਦਾਰੀ ਦਾ ਜਜ਼ਬਾ ਭਾਰੂ ਹੈ। ਅੱਜ ਦਾ ਇਹ ਲੇਖ ਇੱਥੇ ਸਮਾਪਤ ਹੁੰਦਾ ਹੈ। ਧੰਨਵਾਦ ਜੀ।